ਧੰਨਵਾਦ ਕੀਤਾ ਔਰ ਇਹ ਗੱਲ ਪਿਛਲੇ ਹਫ਼ਤੇ ਤੋਂ ਹੀ ਚੱਲਦੀ ਆ ਰਹੀ ਹੈ। ਔਰ ਜਦ ਮੈਂ ਇਸਰੂ ਦੀ ਕਾਨਫਰੰਸ 'ਚ ਗਿਆ ਸਾਂ ਉਦੋਂ ਵੀ ਮੈਂ ਇਹਦਾ ਜ਼ਿਕਰ ਕੀਤਾ ਸੀ ਤੇ ਉਦੋਂ ਅਗਲੇ ਦਿਨ ਵੀ ਮੈਂ ਜਾ ਕੇ ਇਸ ਗੱਲ ਦਾ ਜ਼ਿਕਰ ਕੀਤਾ ਸੀ। ਅੱਜ ਮੇਰਾ ਸਿੱਧਾ ਤੇ ਸਿੱਧਾ ਸਵਾਲ ਠੋਕੋ ਤਾਲੀ ਨੂੰ ਨਹੀਂ ਹੈ, ਕਾਂਗਰਸ ਪਾਰਟੀ ਨੂੰ ਨਹੀਂ ਹੈ। ਮੇਰਾ ਸਵਾਲ ਸਿੱਧੇ ਤੇ ਸਿੱਧੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਹੈ, ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਇਸ ਇਨਸਾਨ ਦੀ ਜਿਹੜੀ PPCC ਦੀ ਪੋਸਟ ਤੇ ਇਹਨਾਂ ਦੀ ਪ੍ਰਧਾਨਗੀ ਦੇ ਜਿਹੜੇ ਆਰਡਰ ਹੋਏ ਆ ਉਹ ਪਰਸਨਲੀ ਗਾਂਧੀ ਪਰਿਵਾਰ ਨੇ ਕੀਤੇ। ਇਸ ਲਈ ਮੇਰਾ ਗਾਂਧੀ ਪਰਿਵਾਰ ਨੂੰ ਪਹਿਲਾ ਸਵਾਲ ਤਾਂ ਇਹ ਹੈ ਕਿ ਜੋ ਟਿੱਪਣੀਆਂ PPCC ਦੇ ਦਫ਼ਤਰ ਚੋਂ ਨਿਕਲ ਕੇ ਆ ਰਹੀਆਂ ਨੇ ਉਹ ਟਿੱਪਣੀਆਂ ਕਾਂਗਰਸ ਪਾਰਟੀਆਂ ਦੀਆਂ ਨੇ ਤੇ ਕੀ ਇਹਨਾਂ ਨੇ ਫੈਸਲਾ ਕਰ ਲਿਆ ਕਿ ਜਿਹੜੇ ਲੋਕਾਂ ਨੇ, ਜਿਹੜੇ ਮਹਾਂਪੁਰਸ਼ਾਂ ਨੇ, ਜਿਹੜੇ ਮਹਾਨ ਲੋਕਾਂ ਨੇ, ਸਾਡੇ ਫੌਜੀ ਵੀਰਾਂ ਨੇ, ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਨੇ, ਰਾਜਗੁਰੂ ਸੁਖਦੇਵ ਜੀ ਨੇ, ਸ਼ਹੀਦ ਊਧਮ ਸਿੰਘ ਜੀ ਨੇ, ਹਜ਼ਾਰਾਂ ਲੋਕ ਅੱਜ ਤੱਕ ਬਾਰਡਰਾਂ ਤੇ ਤੈਨਾਤ ਹੋ ਕੇ ਪਾਕਿਸਤਾਨ ਦੇ ਖਿਲਾਫ ਇਹ ਦੇਸ਼ 'ਚ ਅਮਨ ਸ਼ਾਂਤੀ ਕਾਨੂੰਨ ਬਹਾਲ ਰਵੇ ਉਹਦੀ ਲੜਾਈ ਲੜ ਰਹੇ ਆ। ਉਹਨਾਂ ਦੇ ਪਰਿਵਾਰਾਂ ਦੇ, ਉਹਨਾਂ ਦੀ ਸ਼ਹਾਦਤ ਦੇ ਵਿਰੁੱਧ ਜਾ ਕੇ ਇੱਕ ਦਿਨ ਪਹਿਲਾਂ 13 ਅਗਸਤ ਰਾਤ ਨੂੰ ਇਹ ਟਵੀਟ ਪਾਈ ਜਾਂਦੀ ਹੈ ਕਸ਼ਮੀਰ ਨੂੰ ਲੈ ਕੇ। ਔਰ ਸਾਨੂੰ ਸਭ ਨੂੰ ਪਤਾ ਹੈ ਕਿ 15 ਅਗਸਤ 14 ਪਾਕਿਸਤਾਨ ਆਪਦਾ ਆਜ਼ਾਦੀ ਦਾ ਦਿਵਸ ਮਨਾਉਂਦਾ ਤੇ 15 ਅਗਸਤ ਅਸੀਂ ਸਾਰੀ ਬੜੇ ਸਤਿਕਾਰ ਨਾਲ ਤਿਰੰਗੇ ਨੂੰ ਸਲਾਮ ਕਰਦੇ ਹਾਂ, ਉਹਨਾਂ ਸ਼ਹਾਦਤਾਂ ਨੂੰ ਸਲਾਮ ਕਰਦੇ ਹਾਂ ਤੇ ਲੋਕਤੰਤਰ ਨੂੰ ਸਲਾਮ ਕਰਦੇ ਹਾਂ ਔਰ ਉਹਨਾਂ ਮਹਾਨ ਕੁਰਬਾਨੀਆਂ ਤੇ ਸਿਜਦਾ ਕਰਦੇ ਹਾਂ ਜਿਨ੍ਹਾਂ ਕਰਕੇ ਅੱਜ ਲੋਕਤੰਤਰ ਦੀ ਬਹਾਲੀ ਸਾਡੇ ਦੇਸ਼ 'ਚ ਹੋਈ ਹੈ। ਉਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਹੱਕ 'ਚ ਟਵੀਟ ਹੈ। ਮੈਂ ਸਮਝਦਾ ਇਹ ਕਿਉਂਕਿ ਪਾਕਿਸਤਾਨ ਬਾਰ-ਬਾਰ ਕਹਿੰਦਾ, ਜਨਰਲ ਬਾਜਵਾ ਬਾਰ-ਬਾਰ ਕਹਿੰਦਾ ਕਿ ਕਸ਼ਮੀਰ ਤੇ ਹੱਕ ਕਿਹਦਾ? ਪਾਕਿਸਤਾਨ ਦਾ। ਔਰ ਇਹ ਟਵੀਟ ਕੀ ਕਹਿੰਦੀ ਸੀ ਉਸ ਦਿਨ? ਕਸ਼ਮੀਰੀ ਲੋਕਾਂ ਦਾ ਦੇਸ਼ ਹੈ, ਮਤਲਬ ਵੱਖਰਾ ਦੇਸ਼ ਹੀ ਕਰਤਾ। ਫਿਰ ਮੈਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਇਹ ਸਵਾਲ ਹੈ, ਫਿਰ ਵਾਟ ਆਰ ਦਾ ਆਰਮਡ ਫੋਰਸਿਸ ਉੱਥੇ ਕੀ ਕਰਦੀਆਂ ਨੇ? ਰੋਜ਼ ਕੋਈ ਨਾ ਕੋਈ ਕੁਰਬਾਨੀ ਦੇ ਰਿਹਾ ਤੇ ਉਹਨਾਂ ਦੀ ਕੁਰਬਾਨੀ ਨੂੰ ਇਸ ਤਰ੍ਹਾਂ ਤੁਸੀਂ ਅਪਮਾਨਿਤ ਕਰਨ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਇਹ ਅਪਾਇੰਟਮੈਂਟ ਤੁਹਾਡੀ ਆ, ਇਹ ਅਪਾਇੰਟਮੈਂਟ ਕਿਸੇ ਹੋਰ ਦੀ ਨਹੀਂ, ਇਹ ਅਪਾਇੰਟਮੈਂਟ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਦੀ। ਔਰ ਅਗਲੀ ਵਾਰੀ 'ਚ ਕੀ ਕਹਿ ਰਿਹਾ? 1947 ਵਿੱਚ ਇੰਡੀਆ ਨੂੰ ਛੱਡਣ ਮੌਕੇ ਤੈਅ ਹੋਏ ਅਸੂਲਾਂ ਤੇ UNO ਦੇ ਫੈਸਲਿਆਂ ਤੇ ਭਾਰਤ ਨਾਲ ਕਸ਼ਮੀਰ ਦੇ ਇਲਹਾਕ ਦੇ ਫੈਸਲਿਆਂ ਦੀ ਉਲੰਘਣਾ ਕਰਕੇ ਕਸ਼ਮੀਰੀ ਦੇਸ਼ ਦੇ 2 ਟੋਟੇ ਕੀਤੇ ਗਏ। ਮਤਲਬ ਕਿ ਤੁਸੀਂ ਜਿਹੜਾ ਨਕਸ਼ਾ ਹੈ, ਤੁਸੀਂ ਸਾਡਾ ਨਕਸ਼ਾ ਜਿਹੜਾ ਆਪਾਂ ਬਣਾਉਂਦੇ ਆ ਉਹਦਾ ਵੀ ਅਪਮਾਨ ਹੈ। ਅਸੀਂ ਤਾਂ ਕਹਿੰਦੇ ਆ ਉਹ ਕਸ਼ਮੀਰ ਵੀ ਸਾਡਾ ਔਰ ਨਕਸ਼ਾ ਉਹਦਾ ਜਿਹੜਾ ਸਾਡੇ ਦੇਸ਼ ਦਾ ਨਕਸ਼ਾ ਉਹਦੇ 'ਚ ਬਾਰ-ਬਾਰ ਜੇ ਕੋਈ ਉਸ ਨਕਸ਼ੇ ਨਾਲ ਛੇੜਛਾੜ ਕਰੇ ਤੇ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ। ਤੇ ਤੁਹਾਡੇ PPCC ਦੇ ਦਫ਼ਤਰ 'ਚੋਂ ਨਿਕਲ ਕੇ ਆ ਰਿਹਾ ਕਿ ਕਸ਼ਮੀਰੀ ਦੇਸ਼ ਦੇ 2 ਟੋਟੇ ਕਰਕੇ ਉਸ ਉੱਪਰ ਪਾਕਿਸਤਾਨ ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ। ਔਰ ਆਈ ਥਿੰਕ ਇੱਕ ਇਲਹਾਕ ਜਿਹੜਾ ਲਫ਼ਜ਼ ਵਰਤਿਆ, ਤੁਸੀਂ ਇਲਹਾਕ ਦਾ ਮਤਲਬ ਕੱਢ ਲਿਓ, ਇਹਨੂੰ ਐਨੈਕਸੇਸ਼ਨ ਕਹਿੰਦੇ ਆ। ਇਹਨੂੰ ਕਹਿੰਦੇ ਆ ਕਿ दूसरा देश को अपने देश पे बलपूर्वक मिलाने की गतिविधि, मतलब कि किसी ਨੂੰ ਧੱਕੇ ਨਾਲ ਥਰੂ ਫੋਰਸ ਜਿਹੜਾ ਕਸ਼ਮੀਰ ਹੈ ਉਹ ਸਾਡਾ ਹਿੱਸਾ ਧੱਕੇ ਨਾਲ ਬਣਾਇਆ, ਮਤਲਬ ਬਾਈ ਯੂਜ਼ ਆਫ ਫੋਰਸ। ਇਹ ਭਾਸ਼ਾ ਕਿਹਦੀ ਹੈ? ਕੀ ਇਹ ਭਾਸ਼ਾ ਇਸ ਜੱਫੀ ਦੀ ਬਦੌਲਤ ਨਿਕਲ ਰਹੀ ਆ? ਇਹ ਤੂੰ ਨਹੀਂ ਬੋਲਦੀ, तेरे च जनरल बाजवा बोलता और वो भी 15 अगस्त तो पहला
ਇਹ ਜੱਫੀਆਂ ਕਰਕੇ ਤੁਸੀਂ ਅੱਜ ਵਾਈ ਵਾਜ਼ 13 ਅਗਸਤ ਚੋਜ਼ਨ, ਕਿਉਂਕਿ 14 ਨੂੰ ਇਹੀ ਗੱਲਾਂ ਪਾਕਿਸਤਾਨ ਦੇ ਹਰ ਲੀਡਰ ਨੇ ਇਹ ਗੱਲਾਂ ਕੀਤੀਆਂ, ਔਰ ਤੁਸੀਂ ਇੱਕ ਰਾਤ ਪਹਿਲਾਂ ਉਹਦੀਆਂ ਜੋ ਭਾਵਨਾ ਨੇ ਇੱਥੇ ਤੁਹਾਡੇ PPCC ਦੇ ਦਫ਼ਤਰ ਨੇ ਉਹ ਗੱਲਾਂ ਸ਼ੁਰੂ ਕਰਤੀਆਂ। ਤੁਸੀਂ ਕਿਹਦੇ ਹੱਥਾਂ ਤੇ ਖੇਡ ਰਹੇ ਹੋ? ਤੁਸੀਂ ਕਿਹਦੀਆਂ ਕੁਰਬਾਨੀਆਂ ਨੂੰ ਅਪਮਾਨਿਤ ਕਰ ਰਹੇ ਹੋ? ਔਰ ਤੁਸੀਂ ਕਿਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਤਾਂ ਮਤਲਬ ਐਨ ਸ਼ੀਸ਼ੇ ਵਾਂਗੂ ਸਾਫ਼ ਅੱਜ ਹੋ ਗਿਆ। ਇਹ ਠੋਕੋ ਤਾਲੀ ਨੂੰ ਤਾਂ ਨਹੀਂ ਮੈਂ ਸਵਾਲ ਕਰਦਾ, ਇਹਦਾ ਤਾਂ ਕੋਈ ਦੀਨ ਮਜ਼ਹਬ ਹੈ ਹੀ ਨਹੀਂ, ਮਗਰ ਮੈਂ ਉਹਨਾਂ ਨੂੰ ਜ਼ਰੂਰ ਕਰਦਾ ਜਿਨ੍ਹਾਂ ਨੇ ਇਹਨਾਂ ਨੂੰ ਲਾਇਆ ਕਿ ਤੁਹਾਡਾ ਦੇਸ਼ 'ਚ ਫਿਰ ਚਿਹਰਾ ਨੰਗਾ ਹੋਵੇ। ਐਂਡ ਇਫ ਯੂ ਆਰ ਨਾਟ ਇਨ ਅਗਰੀਮੈਂਟ ਵਿਦ ਦਿਸ, ਜੇ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹੋ, ਫਿਰ ਇਕੱਲੀ ਬਰਖਾਸਤਗੀ ਨਹੀਂ, ਸਾਰੇ PPCC ਦਫ਼ਤਰ ਦੀ ਪ੍ਰਧਾਨ ਦੀ ਇਕੱਲੀ ਬਰਖਾਸਤਗੀ ਨਹੀਂ, ਪਰ ਪਰਚਾ ਦਰਜ ਹੋਵੇ, ਕਿਉਂਕਿ ਦੇਸ਼ ਦੇ ਨਕਸ਼ੇ ਨੂੰ ਵਿਗਾੜਨ ਦੀ ਗੱਲ ਹੋਈ ਹੈ। 15 ਅਗਸਤ ਤੋਂ ਸਾਡੇ ਫੌਜੀ ਵੀਰਾਂ ਤੋਂ ਉਹਨਾਂ ਦੀ ਸ਼ਹਾਦਤ ਨੂੰ ਅਪਮਾਨਿਤ ਕਰਨ ਦੀ ਗੱਲ ਹੋਈ ਹੈ, ਔਰ ਅੱਜ ਤੱਕ 7-8 ਦਿਨ ਹੋ ਗਏ ਇਹਦੀ ਕਿਸੇ ਤਰੀਕੇ ਨਾਲ ਕੋਈ ਇਹਦਾ ਖੰਡਨ ਨਹੀਂ ਕੀਤਾ। ਫਿਰ ਦੂਜੀ ਗੱਲ ਆ ਲਫ਼ ਸੀ, ਆ ਕਿਹੜੀ ਤਰੀਕ ਹੈ ਜੀ? ਆ 16 ਅਗਸਤ, ਪਾਕਿਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਇੱਕ ਬਿਆਨ, ਔਰ 16 ਅਗਸਤ ਨੂੰ ਇਹ ਆਦੀ ਆਪਣਾ ਬਿਆਨ ਆਉਂਦਾ ਹੈ ਇਮਰਾਨ ਖਾਨ ਦਾ, ਜਿਹਨੂੰ ਆ ਠੋਕੋ ਤਾਲੀ ਦਾ ਉਹਦੇ ਨਾਲ ਕੀ ਰਿਸ਼ਤਾ ਹੈ ਉਹ ਆਪ ਹੀ ਕਈ ਵਾਰੀ ਬਿਆਨ ਕਰ ਚੁੱਕੇ ਆ। ਤਾਲਿਬਾਨ ਟੇਕ ਓਵਰ, breaking shackles of slavery in Afghanistan, says Pakistan PM इमरान खान। मतलब कि तालिबान दे टेक ओवर नू पाकिस्तान ने सही ठहराया, और जो उत्थे जिस तरीके नाल धीआं भैणां नाल या जिहड़े भज साडे हिंदू वीर सिख वीर उत्थों भज तुरे आउंदे आ, उन्हां दी भावना दा इन्हां नूं फिकर नहीं। गुरुद्वारे साहिबानां तो निशान साहब हटाए जा रहे, उस गल का फिक्र नहीं, मगर अफगानिस्तान के तालिबान के राज नूं पाकिस्तान भी सही ठहरा रहा है। और उस तो बाद अगले दिन ही मैनू तो लगता जिवें हॉटलाइन खोल ली है ना हुण तां सीधी, कि मैं हुण प्रधान बन गया, सारिया भावनावां ISI दियां जनरल बाजवे दियां मैं इत्थे व्यक्त कर दिया करांगा। 16 तरीक नूं इमरान खान ने गल आखी जनरल बाजवे के इशारे ते जिहड़ा नचदा ISI के चीफ ते अगले दिन ही इन्हां दे PPCC दे हुण एडवाइजर वड्डा कि प्रधान वड्डा, और प्रधान ने अज तक उसका खंडन नहीं किया। वो की कहते हैं, छोटा मुंह वड्डी गल। मैनू महसूस होता है कि अफगानिस्तान विच तालिबान दा सत्ता ते काबज होना दक्षिणी एशिया अंदर अमन शांति स्थापित करन लई सहाई होवेगा। यार तू PPCC दा मतलब एडवाइजर तो समझ आउंदी सी, हुण तालिबान का भी यह मतलब दसूगा कि मतलब सारी दुनिया रौला पा रही है। वो जेडे कल ही MP साहब आए उत्थों अफगानिस्तान तो 380 बंदे रो रहे बेचारे, लोगों का मतलब एवरी डे रिपोर्टिंग हो रही है कि अफगानिस्तान च की हालात बन गए है। ये भाई साहब ते इमरान खान ते जनरल बाजवा की सब की सोच ये है कि बड़ा ही वधिया काम होया। मतलब जड़ा गानी सी वो तो बंदा माड़ा सी, तालिबान ने आके हुण रूल ऑफ लॉ स्थापित करता है, तो इस तो वधिया गल नहीं हो सकती। किहदी भाषा? और जेड़े आ वेस्ट दैट फोटोग्राफ, और जेड़े हुण लीडर आए है उत्थे, आ ओहदा लीडर दा नाम है मुल्ला अब्दुल, जेड़ा कहंदे निकल के आया कि 2-3 दिन उसदी खबर भी लगती रही कि वो ISI के कब्जे च सी, हुण आके वो अफगानिस्तान उतर गया। ISI ओनू भेज रही है। सब नूं पता पाकिस्तान इस गल की किड्डी जशन मना रहा कि अज साडे देश का, भारत देश का उत्थे बोलबाला घट गया, तो चाइना का पाकिस्तान का ISI का बोलबाला वध गया। तो उस बंदे ने जिन्हों ISI के कब्जे सी वो उत्थों का एक तरीके का रूलर सरकार बनाउण आया,
और ਉਹੀ ਬਿਆਨਬਾਜ਼ੀ पंजाब प्रदेश कांग्रेस के प्रधान की हो रही है। एक पासे तो कुर्बानियां देने वाले परिवार साडी आर्म्ड फोर्सेस और दूजे पासे नक्शे नूं अपमानित करना। मैं इन्हां सारी चीज़ों के इमीजिएट कार्रवाई और परचे की मंग करदा दोवें सरकारां तो। कप्तान कोलों भी इकल्ला भाषण देना नहीं, सेंसिटिव मुद्दा जे वाकई फौज का सत्कार करते हो कप्तान साहब तुसीं दिओ परचा। ते जे गांधी परिवार शहादत देने वाले परिवारों का सत्कार करती है, फौजी वीरां का सत्कार करती है, तो वह परचा दर्ज कराओ, नहीं तो इन्हां दा असली चेहरा नंगा हो जाना। दूजी गल देखो, जिहड़ी गल सारी दुनिया कहिंदी सी वो गल माली साहब ने भी अज मैं उन्होंने वेख रहा सी, उन्होंने कीती था। मगर मेरा ये सवाल ठोको ताली नूं है, यार तू किस किस्म का बंदा है? बंदियां चों तो बंदा है ही नहीं। बंदा कहना भी मैं समझदा तैनूं पाप ही होना, क्योंकि देखिया ही है कदे मोदी बारे, मोदी साहब बारे की कुछ कह देना, कदे सोनिया गांधी बारे की कुछ कह देना। मैनूं की लोड़ है दस्सण नूं तुहानूं कि किवें कहिंदा सी मुन्नी नालों वध बदनाम है, शीला नालों वध नीलाम है। मैं नहीं ये गल्लां ते सहमत, मैं गल्लां नूं चंगियां नहीं समझदा। नहीं कहनी चाहिए किसी बारे भी इस तरह की शब्दावली। मनमोहन डॉक्टर साहब नूं ये कह देना कि मनमोहन सिंह ना ये सरदार ना असरदार, मैं इस गल नाल भी नहीं सहमत। जदों एड्डी वड्डी पोस्ट ते रहे आ, सत्कारयोग है, क्रॉस पार्टी लाइन उन्हां दा सत्कार है। चलो ये बहुत कुछ बोली गया, चोरां दी बरात, पिछे पिछे चोर, अगे चोरां दा शहनशाह, पता नहीं की कुछ बोली गया। मैं इहदी किरदार की गल करदा सिद्धू दी। ये पहला 84 का इंसाफ मंगदा, कहंदा मैं 84 का इंसाफ लैके देना। ਇਹਦੀ 'ਚ ਤਾਂ ਹਿੰਮਤ है नहीं, ਇਹਨੂੰ ਪ੍ਰਧਾਨਗੀ मिल गई, ਇਹਦੇ ਤੋਂ ਤਾਂ नहीं गल निकलती। आ ਇਹਦੇ माली ने चढ़ाई है पोस्ट ਇਹਦੇ। मैं तो माली की चीज़ है जी, ਉਹਦੀ पहचान तो PPCC का दफ्तर ही है ना। PPCC ਦੇ चढ़ाई है ये, कहते जी जून 1989 की आप इन्होंने चढ़ाई है। हर जाबर की यही कहानी, करना जबर ते मुंह दी खानी। अगे कौन? इंदिरा गांधी की फोटो, नाल फड़ी बंदूक, उत्ते भी खोपड़ी ते थल्ले भी खोपड़ियां दा ढेर। फिर मन गए ना कि 84 के वास्ते जिम्मेवार कौन है? गांधी परिवार। और जो गांधी परिवार ने जो कुछ किया इन्हें तो बयान करती, मगर जेड़ा प्रधानगी की पोस्ट 'च बैठा उन्होंने ना शर्म आई। मैं तो अज ये गल स्पष्ट करना चाहुंदा, किरदार की कल्ली गल करना चाहुंदा। कुर्सी पिछे ये बड़ियां वड्डियां वड्डियां गल्लां करदा, मान दियां ईमानदारियां ने तो विक जांदा। मैनूं लगदा निक्की जी पूछ लग जाए उत्ते विक जांदा। कप्तान नाल सौदा करदा ही सी, नहीं सिरे चढ़िया ते गांधीआं नाल सौदा कर लिया। मगर पंजाबियां दी, गुरसिखां दी, देश च इंसाफ दी, जो जेनोसाइड दीयां गल्लां दुनिया भर च हुंदियां ने, और वड्डियां वड्डियां अदालतां ने ऑर्गेनाइजेशन जिस नूं कंडेम किया, जे कुर्सी ते बह के जे वाकई सच्चा सुच्चा बंदा ठोको ताली ते फिर कवे इंदिरा गांधी ने जो किया जां राजीव गांधी ने किया, इस तो वड्डा पाप कोई नहीं। इन्हां दे खिलाफ ठोक के यह जे लोगों का मतलब परिवारों का बाईकाट होना चाहिए। मगर नहीं कहा जाऊगा क्योंकि झंडी चाहिए। मगर अज ये सारी चीज़ों नूं लैके नाल ही अगे एक होर सी यार, आ अगली गल आ इन्होंने अगला पाया काम उस दिन ही जिस दिन आ गल की इन्होंने। देखो आज़ादी दिवस एक पासे इट्स अ नैशनल हॉलीडे, सारे बच्चों नूं छोटे छोटे असीं स्कूलों च जद हुंदे तुसीं सारे ही है, सब नूं ये सिखाया जाता सी कि इस देश की इंपोर्टेंस की है, इस देश का कुर्बानी भरा जज्बा, ये दिन की की इहदी सिग्निफिकेंस की है। आ इन्होंने एक गल पाई है, मैं तो समझ नहीं आउंदी बन की रहा इत्थे। कहंदे पंजाबियां विचकार खूनी वंड दे
ਦੋ ਫਾੜ ਦੇ ਜਸ਼ਨਾਂ ਨੂੰ ਭਾਰਤ ਦੀ ਆਜ਼ਾਦੀ ਕਿਹਾ ਜਾਂਦਾ ਹੈ। ਪੰਜਾਬੀ ਵਿਚਕਾਰ ਖੂਨੀ ਵੰਡ ਤੇ ਦੋ ਫਾੜ ਦੇ ਜਸ਼ਨਾਂ ਨੂੰ ਭਾਰਤ ਦੀ ਆਜ਼ਾਦੀ ਦਾ ਕਿਹਾ ਜਾਂਦਾ ਹੈ ਤੇ ਹਰ ਸਾਲ ਇਸ ਖੂਨੀ ਵੰਡ ਤੇ ਦੋ ਫਾੜ ਨੂੰ ਹੋਰ ਪੱਕੀ ਕਰਨ ਲਈ ਦੁਸ਼ਮਣੀ ਨਿਭਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਇਹ ਵਿਚਾਰ ਆ ਰਿਹਾ ਕਿ ਜਿਹੜਾ ਇੰਡੀਪੈਂਡੈਂਸ ਡੇ ਹੈ, ਇਹ ਕਹਿੰਦੇ ਜੀ ਦੋ ਫਾੜ ਕਰਕੇ ਖੂਨੀ ਵੰਡ ਨੂੰ ਕਹਿੰਦਾ ਇਹਦਾ ਜਸ਼ਨ ਮਨਾ ਰਹੇ, ਇਹਨੂੰ ਆਜ਼ਾਦੀ ਦਿਵਸ ਨਹੀਂ ਮੰਨਦੇ। ਇਹ ਪੀਪੀਸੀਸੀ ਦੇ ਦਫ਼ਤਰ ਦਾ ਇਹਨਾਂ ਦਾ ਵਿਊ ਹੈ। ਕਹਿੰਦਾ ਖਤਾ ਲਮੋ ਨੇ ਕੀ ਔਰ ਸਜ਼ਾ ਸदियों ਨੇ ਪਾਈ। ਕਿਸ ਗੱਲ ਦੀਆਂ ਮੁਬਾਰਕਾਂ? ਸਵਾਲ ਕਰਦਾ ਆਪਦੇ ਪੜ੍ਹਨ ਦਾ ਸੁਣਨ ਵਾਲਿਆਂ ਨੂੰ। ਆਜ਼ਾਦੀ ਦੀ ਕਿ ਵੰਡ ਦੀ? ਲਾਸ਼ਾਂ ਦੀ, ਬਰਬਾਦੀ ਦੀ, ਤਬਾਹੀ ਦੀ, ਯਤੀਮਾਂ ਦੀ, ਬੇਘਰਿਆਂ ਦੀ ਜਾਂ ਬੇਪੱਤੀਆਂ ਹੋਈਆਂ ਔਰਤਾਂ ਦੀ? ਉਫ, ਮੈਂ ਇਸ ਜਸ਼ਨ ਤੋਂ ਮੁਨਕਰ ਹਾਂ। ਕਹਿੰਦਾ ਮੈਂ ਨਹੀਂ ਇਹ ਸਹਿਮਤ, ਇਹਦੇ ਨਾਲ ਆਜ਼ਾਦੀ ਨਾਲ ਹੀ ਨਹੀਂ ਸਹਿਮਤ। ਇਹ ਤਾਂ ਪੀਪੀਸੀਸੀ ਦੇ ਪ੍ਰਧਾਨ ਦੇ ਦਫ਼ਤਰ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ। ਮੈਨੂੰ ਲੱਗਦਾ ਜਿਵੇਂ ਐਂ ਲੱਗਦਾ ਉਹ ਜਨਰਲ ਬਾਜਵੇ ਨੇ ਕਾਬ ਦਾ ਸਬ ਆਫਿਸ ਆ ਕਿਹੜੇ ਸੈਕਟਰ 'ਚ ਉਹਨਾਂ ਦਾ 15 ਸੈਕਟਰ 'ਚ 15 ਸੈਕਟਰ 'ਚ ਖੋਲਤਾ ਤੇ ਸਾਰੀ ਤਾਲਿਬਾਨ ਦੇ ਫੈਸਲੇ ਕਰਨ ਦੀ ਇਜਾਜ਼ਤ, ISI ਦੇ ਫੈਸਲਿਆਂ ਨੂੰ ਮੋਹਰ ਲਾਉਣ ਦੀ ਇਜਾਜ਼ਤ, ਸਾਡੇ ਫੌਜੀ ਵੀਰਾਂ ਤੇ ਅਟੈਕ ਕਰਨ ਦੀ ਇਜਾਜ਼ਤ ਹੁਣ ਗਾਂਧੀ ਪਰਿਵਾਰ ਨੇ ਤੇ ISI ਨੇ ਇੱਕ ਨੂੰ ਦੇ ਦਿੱਤੀ ਆ। 15 ਸੈਕਟਰ ਤੇ ਬਹਿੰਦੇ ਆ, ਪਤਾ ਨਹੀਂ ਉੱਥੇ ਸੌਣ ਲੱਗੇ ਕਿ ਨਹੀਂ ਸੌਣ ਲੱਗੇ। ਮਗਰ ਕਪਤਾਨ ਸਾਹਿਬ ਨੂੰ ਮੈਂ ਕਹਿ ਦਿਆ ਖਤਰਾ ਹੁਣ ਬਾਹਰ ਤੋਂ ਤਾਂ ਛੱਡੋ, ਬਾਹਰ ਵਾਲਿਆਂ ਨੂੰ ਤਾਂ ਸਾਡੇ ਫੌਜੀ ਵੀਰ ਸਿੱਧੇ ਕਰ ਲੈਣਗੇ। ਖਤਰਾ ਤਾਂ 15 ਸੈਕਟਰ 'ਚ ਹੀ ਮੰਡਰਾਉਣ ਲੱਗ ਪਿਆ ਜੋ ਹਾਲਾਤ ਬਣੇ ਪਏ ਆ। ਔਰ ਅਗਲੀ ਗੱਲ ਤਾਂ ਮੈਂ ਦੱਸ ਨਹੀਂ ਸਕਦਾ, ਤੁਹਾਨੂੰ ਕੱਲੇ ਨੂੰ ਭੇਜ ਦਿਆਂਗਾ। ਮੈਂ ਬੇਨਤੀ ਕਰੂੰਗਾ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਆਈਆਂ ਉਹ ਤਾਂ ਨਾ ਹੀ ਲਿਓ ਜੀ ਕਾਪੀ। ਆ ਇੱਥੇ ਇੱਕ ਕਾਪੀ ਆ, ਇਹਨਾਂ ਦੇ ਕਿੱਡੇ ਵਧੀਆ ਇਹ ਸ਼ਬਦ ਵਰਤਦੇ ਆ, ਕੀ ਸੋਚ ਰੱਖਦੇ ਆ, ਕੀ ਇਹਨਾਂ ਦੀ ਮਤਲਬ ਮੈਨੂੰ ਸ਼ਰਮ ਆਉਂਦੀ ਆ ਪੜ੍ਹਦਿਆਂ ਵੀ। ਆਈ ਐਮ ਨਾਟ ਗੋਇੰਗ ਟੂ ਰੀਡ ਦਿਸ। ਦੇਖੋ ਮੈਂ ਸਮਝਦਾ ਇਹ ਤੋਂ ਘਟੀਆ ਸੋਚ ਸ਼ਾਇਦ ਸਾਡੀ ਧੀਆਂ ਭੈਣਾਂ ਪ੍ਰਤੀ ਕਿਸੇ ਕੋਲੋਂ ਦੇਖੀ ਸੁਣੀ ਨਹੀਂ ਜਾ ਸਕਦੀ, ਤੁਸੀਂ ਪੜ੍ਹੀ ਨਹੀਂ ਹੋਣੀ। ਇਸ ਲਈ ਜਿਹਨੇ ਪੜ੍ਹਨੀ ਆ ਆਪ ਇੱਥੇ ਮੈਂ ਕਾਪੀ ਵੰਡ ਦੂੰ ਜੀ। I cannot read these derogatory ਲਫ਼ਜ਼। ਮਗਰ ਇਹ ਸਾਰਾ ਕੁਝ ਅੱਜ PPCC ਦੇ ਦਫ਼ਤਰ 'ਚੋਂ ਧੀਆਂ ਭੈਣਾਂ ਪ੍ਰਤੀ, ਸਾਡੇ ਦੇਸ਼ ਪ੍ਰਤੀ, ਸਾਡੇ ਦੇਸ਼ ਦੇ ਨਕਸ਼ੇ ਪ੍ਰਤੀ, ਸਾਡੀ ਕੁਰਬਾਨੀ ਪ੍ਰਤੀ, 15 ਅਗਸਤ ਪ੍ਰਤੀ ਜੋ ਸੋਚ ਆ ਰਹੀ ਹੈ, ਮੈਂ ਉਹਦੇ ਨਾਲ ਸਹਿਮਤ ਨਹੀਂ। ਔਰ ਮੈਂ ਡਿਮਾਂਡ ਕਰਦਾ ਇਮੀਡੀਏਟ ਰਜਿਸਟ੍ਰੇਸ਼ਨ ਆਫ ਕੇਸਿਸ ਅਗੇਂਸਟ ਦ PPCC ਪ੍ਰੈਜ਼ੀਡੈਂਟ ਨਵਜੋਤ ਸਿੱਧੂ ਐਂਡ ਹਿਸ ਐਂਟਾਇਰ ਟੀਮ, ਜਿਨ੍ਹਾਂ ਨੇ ਦੇਸ਼ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ। ਔਰ ਜਨਰਲ ਬਾਜਵਾ ISI ਦੇ ਇਸ਼ਾਰੇ 'ਤੇ ਖੇਡਣ ਦਾ ਕੰਮ ਇੱਥੇ ਸ਼ੁਰੂ ਕੀਤਾ। ਔਰ ਅਫਗਾਨਿਸਤਾਨ ਦੀ ਜੇ ਸਰਕਾਰ ਤਾਲਿਬਾਨ ਨੂੰ ਲੋਕ ਦੁਨੀਆ ਮਾੜਾ ਕਹਿ ਰਹੀ ਹੈ, ਉਹਨੂੰ ਇਹ ਚੰਗਾ ਕਹਿ ਰਹੇ ਆ। ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ। ਔਰ ਮੈਂ ਸੋਨੀਆ ਗਾਂਧੀ, ਰਾਹੁਲ ਗਾਂਧੀ ਦੇ ਸਟੈਂਡ ਨੂੰ ਸਪਸ਼ਟ ਸਟੈਂਡ ਉਹਨਾਂ ਦਾ ਜਾਣਨਾ ਚਾਹੁੰਦਾ ਕਿ ਉਹ ਇਸ ਪਾਸੇ ਖਲੋਤੇ ਆ ਕਿ ISI ਨਾਲ ਖਲੋਤੇ। ਅਸਲ 'ਚ ਨਾ ਕਈ ਚੀਜ਼ਾਂ ਸਾਇਲੈਂਟ ਹੁੰਦੀਆਂ ਨੇ। ਉੱਚੀ ਤੇ ਨਹੀਂ ਬੋਲਦਾ ਠੋਕੋ ਤਾਲੀ, ਮਗਰ ਉਹ ਤੋਂ ਪਹਿਲਾਂ ਅੰਦਰੋਂ ਕੀ ਬੋਲਦਾ ਇਹ ਨਹੀਂ ਤੁਸੀਂ ਸੁਣਦੇ। ਧਿਆਨ ਨਾਲ ਕੰਨ ਲਾ ਕੇ ਸੁਣਿਆ ਕਰੋ। ਕਹਿੰਦਾ ਅਕਲੋਂ ਖਾਲੀ ਮਗਰ ਠੋਕੋ ਤਾਲੀ। ਆਪ ਅਕਲੋਂ ਪੈਦਲ, ਸਮਝ ਜਿੰਨੀ ਕੁ ਹੈ ਵਰਤਦਾ ਹੈ, ਸਮਝ ਬੇਸਮਝ ਹੈ ਕੀ ਹੈ ਤੁਹਾਡੇ ਸਾਹਮਣੇ ਹੈ। ਮੇਰਾ ਤਾਂ ਅੱਜ ਮੇਨ ਮੁੱਦਾ ਵਾਈ ਇਜ਼ 15 ਅਗਸਤ ਬੀਨ ਚੋਜ਼ਨ, 15 ਅਗਸਤ ਦੇ ਏਡੇ ਪਵਿੱਤਰ ਦਿਨ ਤੇ ਆਹ ਚੀਜ਼ਾਂ ਚੁਣਨੀਆਂ ਔਰ ਇਹ ਜੀ ਸ਼ਬਦਾਵਲੀ ਵਰਤਣੀ ਫਰੋਮ PPCC ਦੇ ਦਫ਼ਤਰ ਤੇ ਮੈਂ ਕਦੇ ਉਹਦੇ ਨਾਲ ਸਹਿਮਤ ਨਹੀਂ ਹੋ ਸਕਦਾ। ਔਰ ਮੈਂ ਇਹਦੇ ਖਿਲਾਫ ਔਰ ਮੈਂ ਰਜਿਸਟ੍ਰੇਸ਼ਨ ਆਫ ਕੇਸ ਦੀ ਮੰਗ ਕਰਦਾ। ਫਿਰ ਦੇਖੋ ਅੱਜ ਤਾਂ ਤੁਹਾਡੇ ਕੋਲ ਆਏ ਆ, ਰੌਲਾ ਪਾਵਾਂਗੇ, ਹਰ ਤਰੀਕੇ ਨਾਲ ਆਪਦੇ ਵਕੀਲਾਂ ਨਾਲ ਸਲਾਹ ਕਰਾਂਗੇ, ਨਹੀਂ ਤਾਂ ਜਾ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ ਨੂੰ ਵੀ ਪੁੱਛਾਂਗੇ, ਘਰਾਓ ਵੀ ਕਰਾਂਗੇ ਕਿ ਆਪਣਾ ਤਾਂ ਸਟੈਂਡ ਸਪਸ਼ਟ ਕਰੋ। ਨਹੀਂ ਕਰਦੇ ਕਾਂਗਰਸ ਦਾ ਆਲ ਇੰਡੀਆ ਸਾਰੇ ਦੇਸ਼ 'ਚ ਉਹਨਾਂ ਦਾ ਚਿਹਰਾ ਜ਼ਰੂਰ ਨੰਗਾ ਕਰ ਦਿਆਂਗੇ। ਮਜੀਠੀਆ ਸਾਹਿਬ, ਜਿਸ ਤਰ੍ਹਾਂ
ਕਾਂਗਰਸ ਪਾਰਟੀ ਦਾ ਇੰਟਰਨੈਸ਼ਨਲ ਸਟੈਂਡ ਹੈਗਾ, ਚਾਹੇ ਉਹ ਪਾਕਿਸਤਾਨ ਬਾਰੇ ਹੈਗਾ, ਚਾਹੇ ਕਸ਼ਮੀਰ ਬਾਰੇ ਹੈਗਾ, ਤੇ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ ਦਾ ਸਟੈਂਡ ਅਲੱਗ ਤੇ ਨੈਸ਼ਨਲ ਨਹੀਂ, ਮੈਂ ਨਹੀਂ ਮੰਨਦਾ ਜੀ। ਮੈਂ ਤਾਂ ਇਹ ਸਟੈਂਡ ਮੰਨਦਾ ਜੋ ਮੈਂ ਗੱਲਾਂ ਕੀਤੀਆਂ ਨੇ ਤਾਲਿਬਾਨ ਬਾਰੇ, ਜੋ ਸਟੈਂਡ ਹੈ, ਜੋ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸਟੈਂਡ ਲੈ ਰਿਹਾ, ਜਾਂ ਉਹ ਅੱਜ 8-10 ਦਿਨ ਹੋ ਗਏ ਕੋਈ ਉਹ ਤੇ ਟਿੱਪਣੀ ਨਹੀਂ, ਤਾਂ ਮੈਂ ਤਾਂ ਉਹ ਸਟੈਂਡ ਸਪਸ਼ਟ ਮੰਨੂਗਾ, ਕਿਉਂਕਿ ਇੱਥੇ ਕਾਂਗਰਸ ਪਾਰਟੀ ਨੂੰ ਉਹ ਲੀਡ ਕਰ ਰਹੇ। ਇਹਦਾ ਮਤਲਬ ਵੀ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ 100% ਮੈਂ ਤਾਂ ਕਹਿ ਰਿਹਾ ਗਾਂਧੀ ਪਰਿਵਾਰ ਦਾ ਇਸ਼ਾਰਾ, ਨਹੀਂ ਤਾਂ ਬਰਖਾਸਤ ਕਰਨ ਸਾਰੀ ਟੀਮ ਨੂੰ, ਉਹ ਪਰਚੇ ਦੀ ਦਰਜ ਕਰਾਉਣ। ਜੇ ਉਹ ਦੋਵੇਂ ਕੰਮ ਨਹੀਂ ਕਰਦੇ ਫਿਰ ਗਾਂਧੀ ਪਰਿਵਾਰ ਹੀ ਹੈ ਪਿੱਛੇ, ਕਿਉਂਕਿ ਲਾਇਆ ਤਾਂ ਉਹਨਾਂ ਨਹੀਂ ਹੈ। ਤੁਹਾਨੂੰ ਨਾ ਮੈਂ ਦੇ ਦੇਣਾ ਫੇਸਬੁੱਕ, ਨਾ ਹੀ ਪੜਿਓ ਤੇ ਚੰਗੇ ਰਹੋਗੇ, ਨਹੀਂ ਤਾਂ ਕੰਨ ਵੀ ਡੈਮੇਜ ਹੋਣਗੇ ਤੇ ਅੱਖਾਂ ਤੇ ਵੀ ਅਸਰ ਜਾਊ। ਉਹ ਭਾਜੀ ਕੀਤਾ ਅੱਜ ਹੋਵੇ, ਕੱਲ ਹੋਵੇ, ਪਰਸੋਂ ਹੋਵੇ, ਮਾਨਸਿਕਤਾ ਦੀ ਗੱਲ ਹੈ। ਕੀ ਤੁਸੀਂ ਮਤਲਬ ਕਿ ਆਈ ਡੋਂਟ ਥਿੰਕ ਇਹ ਕੋਈ ਨਹੀਂ, ਵਿਦ ਆਲ ਡਿਊ ਭਰਤਵਾਜ ਬਸ ਨਹੀਂ, ਭਰਤਵਾਜ ਸਾਹਿਬ, ਵਿਦ ਆਲ ਡਿਊ ਰਿਸਪੈਕਟ, whether you are 10 years old or you are 80 years old, ਰਿਸਪੈਕਟ, ਧੀਆਂ ਭੈਣਾਂ ਦਾ ਸਤਿਕਾਰ, ਤਾਂ ਮੈਂ ਸਮਝਦਾ ਸਟੈਂਡ ਸ਼ੁੱਡ ਬੀ ਕਲੀਅਰ। ਹਾਂਜੀ ਯਾਰ, ਮੈਂ ਉਹਨਾਂ ਦੀ ਉਹ ਆਪ ਹੀ ਦੱਸੀ ਜਾਂਦੇ ਆ। ਇਹਦੇ 'ਚ ਇੱਕ ਜਗ੍ਹਾ 'ਚ ਉਹਨਾਂ ਨੇ ਆਪਦੇ ਆਪ ਨੂੰ ਕਈ ਜਗ੍ਹਾ ਤੇ ਮਲਵਿੰਦਰ ਮਾਲੀ ਅੱਗੇ ਲਿਖਿਆ ਹੀ ਹੈ, ਔਰ ਕਈ ਜਗ੍ਹਾ 'ਚ ਉਹਨਾਂ ਨੇ ਆਪਦੇ ਆਪ ਨੂੰ ਕੇ ਪ੍ਰੀਤ ਗਰੇਵਾਲ ਕਰਕੇ ਇੱਕ ਸਾਈਟ ਹੋਰ 'ਚ ਆ ਰਹੇ, ਅੰਦਰ ਕਹਿ ਰਹੇ ਆ, ਮੈਂ ਪੜ੍ਹ ਹੀ ਦਿੰਦਾ, ਉਹਨਾਂ ਕੁ ਲਫ਼ਜ਼ ਹੀ ਪੜ੍ਹ ਦਿੰਦਾ, ਜਿੱਥੇ ਉਹ ਕਹਿੰਦੇ ਆ, ਹਾਂ, ਕਿ ਮੈਂ ਕਿੰਨੀ ਵਾਰੀ ਦੱਸਤਾ ਕਿ ਮੈਂ ਮਾਲਵਿੰਦਰ ਮਾਲੀ ਹਾਂ, ਉੱਤੇ ਕੇ ਆਪ ਹੀ ਬੋਲ ਰਹੇ ਆ, ਮੈਂ ਪੜ੍ਹ ਹੀ ਦਿੰਦਾ। ਇਹ ਸ਼ਰਨਜੀਤ ਕੌਰ ਨੂੰ ਜਵਾਬ ਦੇ ਰਿਹਾ ਕੇ ਪ੍ਰੀਤ ਗਰੇਵਾਲ, ਮੈਂ ਮਾਲਵਿੰਦਰ ਸਿੰਘ ਮਾਲੀ ਬੋਲ ਰਿਹਾ ਹਾਂ। ਅਗਲੀ ਨਾ ਪੜਿਓਗਾ ਅੱਗੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਸੀਹਤ ਵੀ ਦਿੱਤੀ ਸੀ ਕਿ ਸਲਾਹ ਤੱਕ ਹੀ ਸੀਮਤ ਰਹਿਣ, ਪਰ ਉਹਨਾਂ ਦੀ ਸਲਾਹ ਤੋਂ ਤੁਰੰਤ ਬਾਅਦ ਕੱਲ ਵੀ ਇੱਕ ਪੁਰਾਣੀ ਪੋਸਟ ਸ਼ੇਅਰ ਕੀਤੀ, ਅੱਜ ਤੜਕੇ ਫਿਰ ਐਕਸੀਡੈਂਟ। ਉਹ ਚਲੋ ਸ਼ੁਕਰ ਹੈ ਕਪਤਾਨ ਸਾਹਿਬ ਨੂੰ ਚੇਤੇ ਤਾਂ ਆਇਆ, ਕੱਲ 22 ਤਰੀਕ ਨੂੰ ਨਸੀਹਤ ਦੇਣ ਦਾ, ਮੈਂ ਤਾਂ 15 ਨੂੰ ਈਸੜੂ ਗਿਆ ਸੀ, ਉਦਣ ਦਾ ਮੈਂ ਲਈ ਫਿਰਦਾ ਕਿ ਇਹ ਹੋ ਕੀ ਰਿਹਾ। ਔਰ ਉਹੀ ਭਾਵਨਾ ਉਹਨਾਂ ਦੇ PPCC ਦੇ ਜਿਹੜਾ ਪ੍ਰੋਗਰਾਮ ਸੀ ਉਹ ਵੀ ਵੇਖਣ ਨੂੰ ਮਿਲੀ ਕਿ ਸਾਰਿਆਂ ਨੇ ਵੇਖਿਆ ਉੱਥੇ ਕੀ ਕੰਮ ਕੀਤਾ। ਦਿਨ 15 ਅਗਸਤ ਤੁਸੀਂ ਯਾਰ ਆਪਦੇ ਵਿਰੋਧੀਆਂ ਨੂੰ ਗਾਲਾਂ ਕੱਢਣੀਆਂ ਨੇ, ਤੁਹਾਡਾ TRP ਤੁਹਾਨੂੰ ਇਹਦੇ ਨਾਲ ਤੁਹਾਨੂੰ ਲੱਗਦਾ ਬਹੁਤ ਵਾਧਾ, ਕੱਢ ਲਓ, ਉਹ ਨਹੀਂ ਕੋਈ ਰੌਲਾ। 15 ਅਗਸਤ ਔਰ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਤੁਹਾਡੇ ਬੰਦੇ ਦੀ ਸ਼ਬਦਾਵਲੀ, ਮੈਂ ਬਾਰ-ਬਾਰ ਕਹਿ ਰਿਹਾ ਇਹ PPCC ਦਾ ਦਫ਼ਤਰ ਨਹੀਂ ਹੈ, ISI ਦਾ ਸਬ ਆਫਿਸ ਬਣ ਗਿਆ ਅੱਜ ਦੀ ਡੇਟ 'ਚ। ਤਾਂ ਇਹਦਾ ਮਤਲਬ ਮਜੀਠੀਆ ਸਾਹਿਬ ਜਿਹੜੇ ਫੌਜੀਆਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਉਹਨਾਂ ਦਾ ਫਿਰ ਕੋਈ ਮੁੱਲ ਨਹੀਂ ਹੈਗਾ। 100% ਜੇ ਉਹਦਾ ਮੁੱਲ ਹੋਵੇ ਤੇ ਕੋਈ ਇਹਨਾਂ ਨੂੰ ਆਪ ਕਵੇ ਪ੍ਰਧਾਨ ਕੀ ਤੇ ਪਰਚਾ ਦਿਓ। ਜਦ ਪ੍ਰਧਾਨ ਚੁੱਪ, ਸੋਨੀਆ ਗਾਂਧੀ ਦੀ ਕੋਈ ਟਿੱਪਣੀ ਨਹੀਂ, ਨਾ ਬਰਖਾਸਤਗੀ ਦੀ, ਨਾ ਪਰਚੇ ਦੀ, ਤੇ ਇਟ ਇਜ਼ ਵੈਰੀ ਕਲੀਅਰ ਕਿ ਇਹ ਸਾਰੇ ਰਲੇ ਮਿਲੇ ਆ ਇਸ ਕੰਮ 'ਚ। ਅੱਜ 8ਵਾਂ-9ਵਾਂ ਦਿਨ ਚੜ ਗਿਆ, ਔਰ ਨਵੇਂ ਤੋਂ ਨਵੀਂ ਗੱਲ ਦੇਖੋ ਕੀ ਉਹ ਟਿੱਪਣੀ ਕਪਤਾਨ ਸਾਹਿਬ ਬਾਰੇ ਕਰਦੇ ਆ, ਕਪਤਾਨ ਸਾਹਿਬ ਉਹਨਾਂ ਬਾਰੇ ਕਰਦੇ ਆ, ਦੈਟ ਇਜ਼ देयर ਇੰਟਰਨਲ ਮੈਟਰ, ਨਨ ਆਫ ਮਾਈ ਕੰਸਰਨ। ਮਗਰ ਜਿੱਥੇ ਦੇਸ਼ ਦੇ ਨਕਸ਼ੇ ਦੀ ਗੱਲ ਆ ਜੇ, ਜਿੱਥੇ ਕਸ਼ਮੀਰ ਦੀ ਗੱਲ ਆ ਜੇ, ਜਿੱਥੇ ਦੇਸ਼ ਦੀ ਕੁਰਬਾਨੀ ਦੀ ਗੱਲ ਆ ਜੇ, ਜਿੱਥੇ ਆਜ਼ਾਦੀ ਦਿਵਸ ਦੀ ਗੱਲ ਆ ਜੇ, ਉੱਥੇ ਫਿਰ ਕੰਪਰੋਮਾਈਜ਼ ਕਿਸੇ ਦਾ ਵੀ ਨਹੀਂ ਹੋ ਸਕਦਾ ਇਹ ਜਿਹੇ ਲੋਕਾਂ ਨੂੰ। ਕੋਈ ਵੀ ਸੂਬਾ, ਕੋਈ ਵੀ ਦੇਸ਼ ਤਰੱਕੀ ਤਾਂ ਕਰ ਸਕਦਾ ਜੇ ਉਹਦੇ ਬੱਚੇ ਪੜ੍ਹ ਜਾਣ। ਅਫਸੋਸ ਇਸ ਗੱਲ ਦਾ ਹੈ ਕਿ ਅੱਜ ਪੜ੍ਹਾਈ ਬਹੁਤ ਮਹਿੰਗੀ ਹੋ ਗਈ। ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਦੀ ਪ੍ਰਾਇਰਟੀ ਐਜੂਕੇਸ਼ਨ ਰਹਿਣੀ ਹੈ। ਖਾਸ ਕਰਕੇ ਗਰੀਬ ਜਨਤਾ ਨੂੰ ਅਸੀਂ ਸ਼ੋਰ ਕਰਦੇ ਹਾਂ ਕਿ ਪੈਸੇ ਕਰਕੇ ਉਹ ਐਜੂਕੇਸ਼ਨ ਤੋਂ ਵਾਂਝੇ ਨਹੀਂ ਰਹਿਣਗੇ। ਅਸੀਂ ਫੈਸਲਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਸਰਕਾਰ ਬਣਤੇ ਪੰਜਾਬ ਦੇ ਬੱਚੀਆਂ ਵਾਸਤੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣਾ ਕੇ ਦੇਵਾਂਗੇ। ਤੁਸੀਂ ਉਹ ਕਾਰਡ ਰਾਹੀਂ ਪੰਜਾਬ ਦੇ ਕਿਸੇ ਵੀ ਕਾਲਜ, ਹਿੰਦੁਸਤਾਨ ਦੇ ਕਿਸੇ ਵੀ ਕਾਲਜ ਜਾਂ ਦੁਨੀਆ ਦੇ ਕਿਸੇ ਵੀ ਕਾਲਜ 'ਚ ਐਡਮਿਸ਼ਨ ਲੈ ਸਕੋਗੇ। ਉਸ 10 ਲੱਖ ਦੀ ਗਰੰਟੀ ਵੀ ਸਾਡੀ ਪੰਜਾਬ ਸਰਕਾਰ ਦੀ ਹੋਗੀ, ਵਿਆਜ ਵੀ ਅਸੀਂ ਪੰਜਾਬ ਸਰਕਾਰ ਭਰੂਗੀ। ਆ ਸਾਡਾ ਸਾਰੇ ਨਾਲ ਵਾਅਦਾ ਹੈ।